जी आए ਨੂੰ ਪਿਆਰੇ ਵਿਦਿਆਰਥੀਓ 9th ਕਲਾਸ ਦੀ ਸਾਇੰਸ ਦੀ ਬੁੱਕ ਦਾ ਚੈਪਟਰ ਨੰਬਰ 15 ਇੰਪਰੂਵਮੈਂਟ ਇਨ ਫੂਡ ਰਿਸੋਰਸਿਸ ਇਸ ਚੈਪਟਰ ਦੀ ਰੀਡਿੰਗ ਤੇ ਐਕਸਪਲੇਨੇਸ਼ਨ ਨੋਟਸ ਪਾਰਟ 1 ਇਸ ਵੀਡੀਓ 'ਚ ਕਰਨ ਜਾ ਰਹੇ ਹਾਂ। ਸੋ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਸੁਣੋ ਅਤੇ ਦੇਖੋ, ਸਮਝੋ ਤੇ ਨਾਲ ਜਿਹੜੀਆਂ ਜ਼ਰੂਰੀ ਗੱਲਾਂ ਤੁਹਾਡੇ ਲਈ ਸੰਖੇਪ ਦੇ ਵਿੱਚ ਨੋਟਸ ਤਿਆਰ ਕੀਤੇ ਗਏ ਨੇ ਉਹਨਾਂ ਨੂੰ ਆਪਣੀ ਨੋਟਬੁੱਕ ਵਿੱਚ ਉਤਾਰ ਲਓ, ਉਹਨਾਂ ਨੂੰ ਯਾਦ ਕਰੋ ਤੇ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਵੀ ਕਰੋ। ਸੋ ਆਓ ਸ਼ੁਰੂ ਕਰੀਏ। ਸੋ ਪਹਿਲਾਂ ਬੱਚੋ ਫੂਡ ਸਪਲਾਈਜ਼ ਪ੍ਰੋਟੀਨ, ਕਾਰਬੋਹਾਈਡਰੇਟਸ, ਫੈਟਸ, ਵਿਟਾਮਿਨਸ ਐਂਡ ਮਿਨਰਲਸ। ਸੋ ਇਹ ਬੱਚੋ ਤਿੰਨ ਇਹ ਗੱਲਾਂ ਤੁਸੀਂ ਪੰਜ ਯਾਦ ਰੱਖ ਲੈਣੀਆਂ, ਕੰਠ ਹੋਣੀ ਚਾਹੀਦੀਆਂ ਕਿ ਜਿਹੜਾ ਫੂਡ ਹੈਗਾ ਸਾਨੂੰ ਪ੍ਰੋਟੀਨ ਦਿੰਦਾ ਹੈ, ਕਾਰਬੋਹਾਈਡਰੇਟ ਦਿੰਦਾ ਹੈ, ਫੈਟਸ, ਇਹ ਤਿੰਨ ਮੇਨ ਚੀਜ਼ਾਂ ਨੇ, ਬਿਲਡਿੰਗ ਬਲੌਕਸ ਜਿਹੜੇ ਹੈਗੇ ਨੇ, ਤੇ ਫਿਰ ਵਿਟਾਮਿਨਸ ਤੇ ਮਿਨਰਲਸ ਵੀ ਹੁੰਦੇ ਨੇ। ਠੀਕ ਹੈ, ਇਹ ਪੰਜ ਚੀਜ਼ਾਂ ਤੁਸੀਂ ਇਹਨਾਂ ਨੂੰ ਕੰਠ ਕਰ ਲਓ, ਪ੍ਰੋਟੀਨਸ, ਕਾਰਬੋਹਾਈਡਰੇਟਸ, ਫੈਟਸ, ਵਿਟਾਮਿਨਸ ਐਂਡ ਮਿਨਰਲਸ। ਇਹ ਪੰਜ ਚੀਜ਼ਾਂ ਸਾਨੂੰ ਖਾਣੇ ਤੇ ਮਿਲਦੀਆਂ ਨੇ। ਆਲ ਲਿਵਿੰਗ ਆਰਗੇਨਿਜ਼ਮਸ, ਸਾਰੇ ਜਿਹੜੇ ਜੀਵ ਹੈ ਨੇ ਜਿਨ੍ਹਾਂ 'ਚ ਜਾਨ ਹੈਗੀ ਹੈ, ਉੜਨ ਵਾਲੇ, ਪਾਣੀ 'ਚ ਬਰੀਕ ਛੋਟੇ ਮਾਈਕਰੋ ਆਰਗੇਨਿਜ਼ਮਸ, ਵੱਡੇ ਮਨੁੱਖ, ਜਾਨਵਰ, ਪੰਛੀ ਜੋ ਵੀ ਨੇ, ਰਿਕੁਆਇਰ ਥੀਸ, ਇਹਨਾਂ ਨੂੰ ਇਹਨਾਂ ਚੀਜ਼ਾਂ ਦੀ ਲੋੜ ਪੈਂਦੀ ਹੈ ਫॉर देयर ਡਿਵੈਲਪਮੈਂਟ, ਉਹਨਾਂ ਦੇ ਵਿਕਾਸ ਲਈ, ਗਰੋਥ, ਵਾਧੇ ਲਈ, ਐਂਡ ਹੈਲਥ ਅਤੇ ਸਿਹਤ ਲਈ। ਮੋਸਟ ਆਫ ਆਵਰ ਫੂਡ ਕਮਸ ਫਰਮ ਐਗਰੀਕਲਚਰ ਐਂਡ ਐਨੀਮਲ ਹਸਬੈਂਡਰੀ। ਐਗਰੀਕਲਚਰ ਤੇ ਬੱਚੇ ਹੋ ਗਿਆ ਖੇਤੀਬਾੜੀ। ਸਾਡਾ ਜਿਹੜਾ ਜ਼ਿਆਦਾਤਰ ਖਾਣਾ ਹੈਗਾ ਉਹ ਐਗਰੀਕਲਚਰ ਤੋਂ ਆਉਂਦਾ ਹੈ, ਬੂਟਿਆਂ ਤੋਂ, ਫਸਲਾਂ ਤੋਂ ਆਉਂਦਾ ਹੈ। ਐਂਡ ਐਨੀਮਲ ਹਸਬੈਂਡਰੀ, ਐਨੀਮਲ ਹਸਬੈਂਡਰੀ ਹੁੰਦੀ ਬੱਚਿਓ ਪਸ਼ੂ ਪਾਲਣ ਮੀਟ ਵਾਸਤੇ, ਜਿੱਦਾਂ ਕੁਕੜੀਆਂ ਹੋ ਗਈਆਂ, ਜਾਂ ਕਈ ਬੰਦੇ ਜਿਹੜੇ ਨੇ ਬੀਫ ਦਾ ਮੀਟ ਲਈ ਗਾਈਆਂ ਪਾਲਦੇ ਨੇ, ਫਿਰ ਉਹਨਾਂ ਨੂੰ ਵੱਢ ਕੇ ਵੇਚਦੇ ਨੇ, ਜਾਂ ਫਿਰ ਬੱਕਰੀ ਜਾਂ ਆਪਣੇ ਭੇਡਾਂ, ਤੇ ਜਾਂ ਫਿਰ ਜਿਹੜੇ ਲੋਕ ਮੀਟ ਖਾਂਦੇ ਨੇ ਤੇ ਉਹ ਮੀਟ ਪਾਲਣ ਵੀ ਇੱਕ ਖਾਣ ਪੀਣ ਦਾ ਸਰੋਤ ਹੈਗਾ। ਸੋ ਮੋਸਟ ਆਫ ਆਵਰ ਫੂਡ ਕਮਸ ਫਰਮ ਐਗਰੀਕਲਚਰ ਐਂਡ ਐਨੀਮਲ ਹਸਬੈਂਡਰੀ। ਬਿਕੋਜ਼ ਆਫ ਇਨਕਰੀਜ਼ਿੰਗ ਪਾਪੂਲੇਸ਼ਨ, ਵੱਧਦੀ ਹੋਈ ਆਬਾਦੀ ਦੇ ਕਾਰਨ, ਇਟ ਇਜ਼ ਨੈਸੈਸਰੀ, ਇਹ ਜ਼ਰੂਰੀ ਹੈ, ਟੂ ਇਨਕਰੀਜ਼, ਵਧਾਉਣਾ, ਅਵਰ ਪ੍ਰੋਡਕਸ਼ਨ ਐਫੀਸ਼ੀਐਂਸੀ ਫॉर ਬੋਥ ਕ੍ਰੌਪਸ ਐਂਡ ਲਾਈਵ ਸਟਾਕ। ਲਾਈਵ ਸਟਾਕ ਹੁੰਦਾ ਬੱਚਿਓ ਪਸ਼ੂ, ਡੰਗਰ ਸਾਂਝੇ ਤੌਰ ਤੇ, ਵੀ ਜਿੱਦਾਂ ਭੇਡਾਂ, ਬੱਕਰੀਆਂ, ਸੂਰ, ਗਾਈਆਂ, ਮੀਟ ਲਈ ਜਿਹੜੇ ਪਸ਼ੂ ਪਾਲੇ ਜਾਂਦੇ ਨੇ ਉਹਨਾਂ ਨੂੰ ਲਾਈਵ ਸਟਾਕ ਕਿਹਾ ਜਾਂਦਾ, ਡੰਗਰ ਸਾਂਝੇ ਤੌਰ ਤੇ ਅਸੀਂ ਕਹਿ ਦਿੰਦੇ ਹਾਂ। ਸੋ ਕਹਿੰਦੇ ਇਹ ਜ਼ਰੂਰੀ ਹੈ, ਵੱਧਦੀ ਹੋਈ ਜਿਹੜੀ ਸਾਡੀ ਆਬਾਦੀ ਹੈ ਉਹਨਾਂ ਦੀਆਂ ਜਿਹੜੀ ਖਾਣ ਪੀਣ ਦੀ ਲੋੜਾਂ ਨੂੰ ਪੂਰੀ ਕਰਨ ਲਈ, ਜਿਹੜੀ ਸਾਡੀ ਪੈਦਾਵਾਰ ਦੀ ਐਫੀਸ਼ੀਐਂਸੀ ਹੈ, ਤਾਂ ਕਿ ਘੱਟ ਤੋਂ ਘੱਟ ਖਰਚੇ 'ਚ ਵੱਧ ਤੋਂ ਵੱਧ ਪੈਦਾਵਾਰ ਹੋਵੇ, ਦੋਨੋਂ ਆਪਣੇ ਫਸਲਾਂ ਲਈ ਵੀ ਤੇ ਜਾਨਵਰਾਂ ਲਈ ਵੀ ਇਹ ਬਹੁਤ ਜ਼ਰੂਰੀ ਹੈ, ਤਾਂ ਕਿ ਵੱਧਦੀ ਹੋਈ ਆਬਾਦੀ ਦੀ ਖਾਣ ਪੀਣ ਦੀ ਪੂਰਤੀ ਕੀਤੀ ਜਾ ਸਕੇ। ਕਹਿੰਦੇ ਇਨ ਦੀ ਪਾਸਟ, ਬੀਤੇ ਵਿੱਚ, ਭੂਤਕਾਲ ਵਿੱਚ, ਦੀ ਗ੍ਰੀਨ ਰੈਵੋਲੂਸ਼ਨ, ਜਿਹੜੀ ਹਰੀ ਕ੍ਰਾਂਤੀ ਸੀਗੀ, ਕੰਟਰੀਬਿਊਟਡ, ਉਹਨੇ ਯੋਗਦਾਨ ਪਾਇਆ ਟੂ ਇਨਕਰੀਜ਼ਡ ਫੂਡ ਗ੍ਰੇਨ ਪ੍ਰੋਡਕਸ਼ਨ, ਤੇ ਸਾਡੇ ਜਿਹੜਾ ਫੂਡ ਗ੍ਰੇਨ ਹੈਗਾ, ਖਾਣ ਪੀਣ ਦਾ ਜਿਹੜਾ ਅਨਾਜ ਹੈ, ਉਹਦੀ ਪੈਦਾਵਾਰ ਵਿੱਚ ਉਸ ਹਰੀ ਕ੍ਰਾਂਤੀ ਨੇ ਵਾਧਾ ਕੀਤਾ। ਐਂਡ ਦੀ ਵਾਈਟ ਰੈਵੋਲੂਸ਼ਨ, ਚਿੱਟੀ ਕ੍ਰਾਂਤੀ ਅਰਥਾਤ ਦੁੱਧ ਦੀ ਕ੍ਰਾਂਤੀ, ਲੈਡ ਟੂ ਬੈਟਰ ਐਂਡ ਮੋਰ ਐਫੀਸ਼ੀਐਂਟ ਯੂਜ਼ ਐਂਡ ਅਵੇਲੇਬਿਲਿਟੀ ਆਫ ਮਿਲਕ। ਉਸ ਚਿੱਟੀ ਕ੍ਰਾਂਤੀ ਨੇ ਵੀ ਸਾਡੇ ਵਾਸਤੇ ਵੱਧ ਚੰਗੇ ਢੰਗ ਦੇ ਨਾਲ ਸਾਨੂੰ ਦੁੱਧ ਮੁਹੱਈਆ ਕਰਵਾਇਆ ਤੇ ਉਹਦੀ ਵਰਤੋਂ ਵੀ ਜਿਹੜੀ ਹੈ ਵਧੀਆ ਢੰਗ ਨਾਲ ਹੋਈ। ਕਹਿੰਦੇ ਥੀਸ ਰੈਵੋਲੂਸ਼ਨਸ, ਇਹ ਕ੍ਰਾਂਤੀਆਂ ਜਿਹੜੀਆਂ ਸੀਗੀਆਂ, ਹਾਊਐਵਰ, ਪਰ, ਪੁੱਟ ਪ੍ਰੈਸ਼ਰ ਔਨ ਆਵਰ ਨੈਚੁਰਲ ਰਿਸੋਰਸਿਸ, ਸਾਡੇ ਜਿਹੜੇ ਕੁਦਰਤੀ ਵਸੀਲੇ ਨੇ ਉਹਨਾਂ ਤੇ ਇਹਨਾਂ ਦੋਨੋਂ ਹਰੀ ਕ੍ਰਾਂਤੀ ਅਤੇ ਚਿੱਟੀ ਕ੍ਰਾਂਤੀ ਨੇ ਬੜਾ ਦਬਾਅ ਪਾਇਆ, ਅਰਥਾਤ ਅਸੀਂ ਆਪਣੀ ਮਿੱਟੀ ਦਾ, ਵਾਤਾਵਰਨ ਦਾ ਬਹੁਤ ਨੁਕਸਾਨ ਕਰ ਬੈਠੇ। ਕਹਿੰਦੇ ਇਟ ਮੀਨਸ, ਇਹਦਾ ਮਤਲਬ ਹੈ ਵੇ, ਦੇਅਰ ਆਰ ਮੋਰ ਚਾਂਸਿਸ ਆਫ ਕਾਜ਼ਿੰਗ ਡੈਮੇਜ ਟੂ ਆਵਰ ਨੈਚੁਰਲ ਰਿਸੋਰਸਿਸ ਐਂਡ ਡਿਸਟਰੋਇੰਗ ਦੇਅਰ ਬੈਲੈਂਸਿਸ ਕੰਪਲੀਟਲੀ। ਇੱਥੇ ਵਿੱਚ ਬੈਲੈਂਸਿਸ ਆਉਣਾ ਹੈ ਕਿਉਂਕਿ ਦੇਅਰ ਹੈ ਨਾ ਬਹੁਵਚਨ, ਸੋ ਇੱਥੇ ਐਸ ਆਉਣਾ ਸੀਗਾ, ਐਸ ਰਹਿ ਗਿਆ ਇੱਥੇ, ਸੋ ਇੱਥੇ ਪਾ ਦਿਓ ਐਸ, ਬੈਲੈਂਸਿਸ। ਠੀਕ ਹੈ, ਸੋ ਇੱਥੇ ਬੈਲੈਂਸਿਸ ਹੈਗਾ, ਬੈਲੈਂਸ ਨਹੀਂ ਹੈਗਾ, ਠੀਕ ਹੈ। ਸੋ ਕਹਿੰਦੇ ਇਹਦੇ ਨਾਲ ਕੀ ਹੋਇਆ ਕਿ ਇਹ ਰੈਵੋਲੂਸ਼ਨਸ ਦੇ ਨਾਲ, ਇਹ ਵਾਲੇ ਤਰੀਕੇ ਇਖਤਿਆਰ ਕਰਨ ਦੇ ਨਾਲ ਇਹ ਸੰਭਾਵਨਾ ਕਾਫੀ ਹੈ ਕਿ ਅਸੀਂ ਆਪਣੇ ਕੁਦਰਤੀ ਵਸੀਲਿਆਂ ਦਾ ਨੁਕਸਾਨ ਕਰ ਬੈਠੀਏ, ਤੇ ਜਿਹੜਾ ਉਹਦਾ ਕੁਦਰਤੀ ਉਹਦੇ ਬੈਲੈਂਸਿਸ, ਉਹਦੇ ਸਮਤੋਲ ਬਣੇ ਹੋਏ ਨੇ ਕੁਦਰਤ ਦੇ ਵਿੱਚ, ਜੋ ਇੱਕ ਦੂਜੇ ਨਾਲ ਸਾਂਝ ਬਣੀ ਹੋਈ ਹੈ, ਹਵਾ ਪਾਣੀ ਦੀ ਜਾਂ ਬੂਟਿਆਂ ਦੀ, ਜੀਵ ਜੰਤਾਂ ਦੀ, ਉਹਦਾ ਜਿਹੜਾ ਸਮਤੋਲ ਬਣਿਆ ਉਹ ਪੂਰੀ ਤਰ੍ਹਾਂ ਤਬਾਹ ਹੋ ਜਾਂਦੀ, ਇਹਦੇ ਨਾਲ ਸੰਭਾਵਨਾ ਵੱਧ ਗਈ ਹੈ। ਠੀਕ ਹੈ, Therefore, ਇਸ ਕਰਕੇ ਇਟ ਇਜ਼ ਇੰਪੋਰਟੈਂਟ, ਇਹ ਮਹੱਤਵਪੂਰਨ ਹੈ, ਟੂ ਇਨਕਰੀਜ਼ ਫੂਡ ਪ੍ਰੋਡਕਸ਼ਨ, ਕਿ ਖਾਣ ਪੀਣ ਦੀ ਪੈਦਾਵਾਰ ਵਧਾਈ ਜਾਵੇ, ਵਿਦਾਊਟ ਡੀਗ੍ਰੇਡਿੰਗ, ਡੀਗ੍ਰੇਡ ਹੁੰਦਾ ਬੱਚੋ ਨਿਵਾਣ ਵਾਲੇ ਪਾਸੇ ਲੈ ਜਾਣਾ, ਨੁਕਸਾਨ ਕਰਨਾ, ਅਵਰ ਇਨਵਾਇਰਨਮੈਂਟ
and disturbing its balances। ਕਹਿੰਦੇ ਇਹ ਇਸ ਕਰਕੇ ਫਿਰ ਹੁਣ ਮਹੱਤਵਪੂਰਨ ਹੈ ਵੀ ਖਾਣ ਪੀਣ ਦੀ ਪੈਦਾਵਾਰ ਵਧਾਈ ਤੇ ਜਾਵੇ ਪਰ ਆਪਣੇ ਵਾਤਾਵਰਣ ਨੂੰ ਨੁਕਸਾਨ ਕੀਤੇ ਬਿਨਾਂ ਅਤੇ ਉਹਦੇ ਜਿਹੜੇ ਸਮਤੋਲ ਹੈਗੇ ਨੇ ਉਹਦਾ ਜਿਹੜਾ ਸਾਵਾਂਪਨ ਨੇ ਉਹਨੂੰ ਖਰਾਬ ਕੀਤੇ ਬਿਨਾਂ ਵਧਾਇਆ ਜਾਵੇ ਖਾਣ ਪੀਣ ਦੀ ਪੈਦਾਵਾਰ। ਕਿਉਂਕਿ ਬੱਚੇ ਹਰੀ ਕ੍ਰਾਂਤੀ ਤੇ ਚਿੱਟੀ ਕ੍ਰਾਂਤੀ ਮਨੁੱਖ ਦਾ ਪਹਿਲਾ ਤਜਰਬਾ ਸੀਗਾ, ਸੋ ਉਹਨੇ ਉਹ ਤਜਰਬੇ ਨੂੰ ਬੜੇ ਗੱਜ ਵੱਜ ਕੇ ਜੀ ਆਇਆਂ ਤੇ ਕਿਹਾ, ਉਹ 'ਚੋਂ ਉਹਨੇ ਖੁਸ਼ਹਾਲੀ ਵੀ ਪ੍ਰਾਪਤ ਹੋਈ ਪਰ ਉਹ ਆਪਣਾ ਬੜਾ ਨੁਕਸਾਨ ਕਰ ਬੈਠਿਆ। ਤੁਸੀਂ ਬੱਚਿਓ ਜਾਣਦੇ ਹੀ ਹੋਵੋਗੇ ਅੱਜ ਕੱਲ੍ਹ ਪੰਜਾਬ ਵਿੱਚ ਇਹਦੀ ਚਰਚਾ ਆਮ ਹੁੰਦੀ ਕਿ ਸਾਡਾ ਪਾਣੀ ਦਾ ਲੈਵਲ ਬਹੁਤ ਥੱਲੇ ਚਲਾ ਗਿਆ ਤੇ ਸਾਡੀ ਧਰਤੀ ਜਿਹੜੀ ਗੰਦਲੀ ਹੋ ਗਈ ਹਨਾ, ਉਹ 'ਚ ਅਸੀਂ ਕੀੜੇ ਮਾਰ ਦਵਾਈਆਂ ਤੇ ਜਿਹੜਾ ਕੈਮੀਕਲ ਖਾਦ ਹੈਗੀ ਉਹ ਅਸੀਂ ਬੇਤਹਾਸ਼ਾ ਜਿਹੜੀ ਹੈ ਬਿਨਾਂ ਕਿਸੇ ਰੋਕ ਟੋਕ ਤੇ ਪਾਇਆ ਤੇ ਅਸੀਂ ਉਹਦਾ ਨੁਕਸਾਨ ਕੀਤਾ। ਠੀਕ ਹੈ, ਹੈਂਸ ਦੇਅਰ ਇਜ਼ ਅ ਨੀਡ ਫॉर ਸਸਟੇਨੇਬਲ ਪ੍ਰੈਕਟਿਸ। ਸਸਟੇਨੇਬਲ ਹੁੰਦਾ ਬੱਚਿਓ ਜਿਹਨੂੰ ਲੰਮੇ ਸਮੇਂ ਤੱਕ ਜਾਰੀ ਰੱਖਿਆ ਜਾ ਸਕੇ। ਹੁਣ ਦੇਖੋ ਹਰੀ ਕ੍ਰਾਂਤੀ 'ਚ ਪਹਿਲੇ ਬੜਾ ਬੱਲੇ ਬੱਲੇ ਹੋਈ ਤੇ ਹੁਣ ਸਾਰੇ ਕਹਿੰਦੇ ਪਏ ਨਹੀਂ ਯਾਰ ਇਹ ਤੇ ਕੰਮ ਬੜਾ ਮਾੜਾ ਹੋ ਗਿਆ, ਸੋ ਉਹ ਸਸਟੇਨੇਬਲ ਨਹੀਂ ਹੈਗਾ। ਸੋ ਸਸਟੇਨੇਬਲ ਹੁੰਦਾ ਹੈ ਜਿਹਨੂੰ ਲੰਬੇ ਸਮੇਂ ਤੱਕ ਅਪਣਾਇਆ ਜਾ ਸਕੇ। ਪ੍ਰੈਕਟਿਸਿਸ ਮੈਨੇ ਹੁੰਦਾ ਹੈ ਬੱਚਿਓ ਉਹ ਵਾਲੀਆਂ ਆਦਤਾਂ ਜਾਂ ਉਹ ਵਾਲੀ ਜਿਹੜੀ ਕੋਈ ਵਿਧੀ ਹੈਗੀ ਹੈ, ਉਹ ਜਿਹੜੇ ਢੰਗ ਹੈਗੇ ਨੇ, ਤੌਰ ਤਰੀਕੇ ਨੇ। ਸੋ ਕਹਿੰਦੇ ਹੈਂਸ ਦੇਅਰ ਇਜ਼ ਨੀਡ ਫॉर ਸਸਟੇਨੇਬਲ ਪ੍ਰੈਕਟਿਸ। ਇਸ ਕਰਕੇ ਉਹਨਾਂ ਸਾਂਭ ਕੇ ਰੱਖਣ ਵਾਲੀਆਂ ਅਪਣਾਈ ਜਾ ਸਕਣ ਵਾਲੀਆਂ ਲੰਬੇ ਸਮਾਂ ਤੱਕ ਜਿਹੜੀਆਂ ਵਿਧੀਆਂ ਨੇ ਉਹਨਾਂ ਦੀ ਲੋੜ ਹੈਗੀ ਹੈ ਇਨ ਐਗਰੀਕਲਚਰ ਐਂਡ ਐਨੀਮਲ ਹਸਬੈਂਡਰੀ। ਐਗਰੀਕਲਚਰ ਵਿੱਚ ਵੀ ਅਰਥਾਤ ਫਸਲਾਂ ਦੇ ਵਿੱਚ ਵੀ ਤੇ ਪਸ਼ੂ ਪਾਲਣ ਦੇ ਵਿੱਚ ਵੀ। ਮੋਰ ਓਵਰ ਨਾਲੇ ਸਿੰਪਲੀ ਇਨਕਰੀਜ਼ਿੰਗ ਪ੍ਰੋਡਕਸ਼ਨ ਫॉर ਸਟੋਰੇਜ ਇਨ ਵੇਅਰ ਹਾਊਸਿਸ। ਕਹਿੰਦੇ ਸਿਰਫ ਪ੍ਰੋਡਕਸ਼ਨ ਵਧਾ ਦੇਣ ਦੇ ਨਾਲ ਅਤੇ ਵੇਅਰ ਹਾਊਸਿਸ ਜਿਹੜੇ ਗੋਦਾਮ ਨੇ ਉਹਨਾਂ ਦੇ ਵਿੱਚ ਅੰਨ ਇਕੱਠਾ ਕਰ ਲੈਣ ਦੇ ਨਾਲ ਕੈਨ ਨਾਟ ਸੋਲਵ ਦੀ ਪ੍ਰੋਬਲਮ ਆਫ ਮਾਲ ਨਿਊਟ੍ਰੀਸ਼ਨ। ਮਾਲ ਨਿਊਟ੍ਰੀਸ਼ਨ ਦਾ ਵਿੱਚ ਕੁਪੋਸ਼ਣ, ਅਰਥਾਤ ਅਗਰ ਕਿਸੇ ਬੰਦੇ ਨੂੰ ਪੂਰਨ ਤੌਰ ਤੇ ਖੁਰਾਕ ਨਾ ਮਿਲੇ, ਉਹਨੂੰ ਪੂਰੀ ਪ੍ਰੋਟੀਨ ਨਾ ਮਿਲੇ, ਪੂਰੇ ਵਿਟਾਮਿਨਸ ਨਾ ਮਿਲਣ, ਮਿਨਰਲਸ ਨਾ ਮਿਲਣ ਤੇ ਉਹਦੇ ਸਰੀਰ ਵਿੱਚ ਕੁਝ ਬਿਮਾਰੀਆਂ ਜਨਮ ਲੈ ਲੈਂਦੀਆਂ ਨੇ, ਉਹਦੇ ਸਰੀਰ ਦਾ ਪੂਰਨ ਤੌਰ ਤੇ ਵਿਕਾਸ ਨਹੀਂ ਹੁੰਦਾ। ਅਸੀਂ ਉਹਨੂੰ ਕਹਿੰਦੇ ਹਾਂ ਕੁਪੋਸ਼ਣ, ਮਾਲ ਨਿਊਟ੍ਰੀਸ਼ਨ ਐਂਡ ਹੰਗਰ ਮੈਨੇ ਭੁੱਖਮਰੀ। ਕਹਿੰਦੇ ਸਿਰਫ ਜੇ ਅਸੀਂ ਅੰਨ ਜ਼ਿਆਦਾ ਪੈਦਾ ਕਰ ਵੀ ਲਿਆ ਤੇ ਗੋਦਾਮਾਂ ਵਿੱਚ ਪਾ ਲਿਆ ਤੇ ਉਹਨੂੰ ਚੂਹੇ ਖਾਂਦੇ ਰਹੇ, ਉਹ ਅੰਨ ਖਰਾਬ ਹੋ ਗਿਆ ਤੇ ਗਰੀਬ ਆਦਮੀ ਵਾਸਤੇ ਉਹ ਅੰਨ ਖਰੀਦਣ ਜੋਗੇ ਨਾ ਹੋਵੇ ਤੇ ਉਹਦੇ ਨਾਲ ਵੀ ਜਿਹੜਾ ਕਹਿੰਦੇ ਸਿਰਫ ਪੈਦਾਵਾਰ ਕਰਨ ਦੇ ਨਾਲ ਤੇ ਸਟੋਰ ਕਰਨ ਦੇ ਨਾਲ ਕੁਪੋਸ਼ਣ ਦੀ ਅਤੇ ਭੁੱਖਮਰੀ ਦੀ ਸਮੱਸਿਆ ਹੱਲ ਨਹੀਂ ਹੁੰਦੀ। ਇਫ ਪੀਪਲ ਡੂ ਨਾਟ ਹੈਵ ਮਨੀ ਟੂ ਪਰਚੇਜ਼ ਫੂਡ, ਜੇ ਲੋਕਾਂ ਕੋਲ ਉਹ ਖਾਣਾ ਖਰੀਦਣ ਜੋਗੇ ਪੈਸੇ ਹੀ ਨਾ ਹੋਣ। ਕਹਿੰਦੇ ਫੂਡ ਸਿਕਿਉਰਿਟੀ ਮੀਨਸ ਬੋਥ ਅਵੇਲੇਬਿਲਿਟੀ ਆਫ ਫੂਡ ਐਂਡ ਦੀ ਐਬਿਲਿਟੀ ਟੂ obtain ਇਟ। ਕਹਿੰਦੇ ਜਿਹੜੀ ਖਾਣ ਪੀਣ ਦੀ ਸੁਰੱਖਿਆ ਹੈ ਇਹਦਾ ਮਤਲਬ ਇਹ ਵੇ ਕਿ ਖਾਣਾ ਉਪਲਬਧ ਵੀ ਹੋਵੇ ਤੇ ਉਸ ਖਾਣੇ ਨੂੰ ਪ੍ਰਾਪਤ ਕਰਨ ਦੀ ਸਮਰੱਥਾ ਵੀ ਹੋਵੇ। ਇਹ ਨਾ ਹੋਵੇ ਖਾਣਾ ਤੇ ਪਿਆ ਹੋਵੇ ਪਰ ਖਰੀਦਣ ਜੋਗੇ ਪੈਸੇ ਨਾ ਹੋਣ। ਦੀ ਮੈਜੋਰਿਟੀ ਆਫ ਆਵਰ ਪੋਪੂਲੇਸ਼ਨ ਲਿਵਸ ਔਨ ਐਗਰੀਕਲਚਰ। ਸਾਡੀ ਜਿਹੜੀ ਆਬਾਦੀ ਦਾ ਵੱਡਾ ਹਿੱਸਾ ਜਿਹੜਾ ਹੈ ਉਹ ਖੇਤੀਬਾੜੀ ਤੇ ਜਿਉਂਦਾ ਹੈ, ਅਰਥਾਤ ਖੇਤੀਬਾੜੀ ਤੇ ਨਿਰਭਰ ਹੈ। ਇਟ ਇਜ਼ ਇਸ ਲਈ therefore ਇਸ ਲਈ necessary to increase the incomes of people working in agriculture। ਇਸ ਕਰਕੇ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਐਗਰੀਕਲਚਰ ਵਿੱਚ ਖੇਤੀਬਾੜੀ ਨਾਲ ਜੁੜੇ ਹੋਏ ਬੰਦਿਆਂ ਦੀ ਤਨਖਾਹਾਂ ਨੂੰ ਵਧਾਈਏ ਕਿ ਉਹਨਾਂ ਦੀ ਕਮਾਈ 'ਚ ਵਾਧਾ ਹੋਵੇ। ਟੂ ਕੰਬਾਟ ਹੁੰਦਾ ਬੱਚਿਓ ਜੂਝਣਾ, ਜੰਗ ਲੜਨੀ। ਠੀਕ ਹੈ, ਕੰਬਾਟ ਹੁੰਦਾ ਵੀ ਸੰਘਰਸ਼ ਕਰਨਾ, ਵੀ ਉਹ ਸੰਘਰਸ਼ ਕਿਹਦੇ ਨਾਲ ਹੈ? ਕੁਪੋਸ਼ਣ ਦੇ ਨਾਲ ਤੇ ਭੁੱਖਮਰੀ ਦੇ ਨਾਲ। ਦੀ ਪ੍ਰੋਬਲਮ ਆਫ ਹੰਗਰ, ਤਾਂ ਕਿ ਜਿਹੜੀ ਭੁੱਖਮਰੀ ਦੀ ਸਮੱਸਿਆ ਹੈ ਉਹਨੂੰ ਨਜਿੱਠਿਆ ਜਾ ਸਕੇ, ਉਹਨੂੰ ਜਿੱਤਿਆ ਜਾ ਸਕੇ। ਵੀ ਸ਼ੁੱਡ ਅੰਡਰਟੇਕ ਸਾਨੂੰ ਲੈਣੀਆਂ ਚਾਹੀਦੀਆਂ ਹਨ, ਅਰਥਾਤ ਇਖਤਿਆਰ ਕਰਨੀਆਂ ਚਾਹੀਦੀਆਂ ਹਨ, ਅਪਣਾਉਣੀਆਂ ਚਾਹੀਦੀਆਂ ਹਨ। ਸਾਇੰਟੀਫਿਕ ਮੈਨੇ ਵਿਗਿਆਨਿਕ, ਮੈਨੇਜਮੈਂਟ ਮੈਨੇ ਪ੍ਰਬੰਧਕ, ਪ੍ਰੈਕਟਿਸਿਸ ਮੈਨੇ ਵਿਧੀਆਂ ਟੂ obtain ਹਾਈ ਯੀਲਡਸ ਫਰੋਮ ਫਾਰਮਸ। ਯੀਲਡ ਹੁੰਦਾ ਝਾੜ, ਫਾਰਮਸ ਮੈਨੇ ਖੇਤਾਂ ਤੋਂ। ਅਰਥਾਤ ਕਹਿੰਦੇ ਸਾਨੂੰ ਇਸ ਕਰਕੇ ਜਿਹੜੀਆਂ ਵਿਗਿਆਨਿਕ ਗਤੀਵਿਧੀਆਂ ਨੇ, ਵਿਗਿਆਨਿਕ ਜਿਹੜੀਆਂ ਤੌਰ ਤਰੀਕੇ ਨੇ ਉਹਨਾਂ ਨੂੰ ਅਪਣਾਉਣਾ ਚਾਹੀਦਾ ਹੈ ਤਾਂ ਕਿ ਅਸੀਂ ਆਪਣੇ ਖੇਤਾਂ ਦੇ ਵਿੱਚੋਂ ਪੈਦਾਵਾਰ ਝਾੜ ਜਿਹੜਾ ਹੈ ਉਹ ਜ਼ਿਆਦਾ ਲੈ ਸਕੀਏ। ਫਿਰ ਕਹਿੰਦੇ ਫॉर ਸਸਟੇਨਡ ਲਾਈਵਲੀਹੁੱਡ। ਲਾਈਵਲੀਹੁੱਡ ਹੁੰਦਾ ਬੱਚਿਓ ਉਪਜੀਵਿਕਾ, ਅਰਥਾਤ ਕਮਾਈ ਦਾ ਸਾਧਨ। ਸਸਟੇਨਡ ਮੈਨੇ ਲਗਾਤਾਰ ਹੋਣ ਵਾਲੀ, ਲੰਬੇ ਸਮੇਂ ਤੱਕ ਚੱਲਣ ਵਾਲੀ ਜਿਹੜੀ ਕਮਾਈ ਹੈ। ਵਨ ਸ਼ੁੱਡ ਅੰਡਰਟੇਕ ਮਿਕਸਡ ਫਾਰਮਿੰਗ, ਮਤਲਬ ਕਿ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਮਿਕਸ ਫਾਰਮਿੰਗ, ਰਲਵੀਂ ਫਾਰਮਿੰਗ ਜਿਹੜੀ ਹੈ ਉਹ ਕਰਨ। ਅਰਥਾਤ ਮਿਕਸ ਫਾਰਮਿੰਗ ਵੀ ਮਿਕਸ ਕਰਕੇ, ਜਿਹਨੂੰ ਅਸੀਂ ਕਹਿੰਦੇ ਹਾਂ ਫਸਲ ਚੱਕਰ। ਤੇ ਇੰਟਰਕ੍ਰੋਪਿੰਗ ਹੁੰਦੀ ਹੈ ਬੱਚੋ ਕ੍ਰੌਪ ਦੇ ਵਿੱਚ ਦੂਜੀ ਕ੍ਰੌਪ, ਮਤਲਬ ਕਿ ਇੱਕ ਜਿਹੜਾ ਰੋ ਲਾਈਨਾਂ ਹੈਗੀਆਂ, ਕੋਈ ਅਸੀਂ ਬੂਟੇ ਲਾਏ ਨੇ ਤੇ ਉਹਦੇ ਵਿਚਕਾਰ ਕੋਈ ਹੋਰ ਫਸਲ ਜਿਹੜੀ ਉਹਨੂੰ ਨੁਕਸਾਨ ਨਾ ਕਰਦੀ ਹੋਵੇ, ਜਿਹੜੀ ਉਹਨਾਂ ਮੇਲ ਖਾਂਦੀ ਹੋਵੇ ਤੇ ਦੂਜੀ ਫਸਲ ਬੀਜਣੀ। ਅਰਥਾਤ ਇੱਕੋ ਖੇਤ ਵਿੱਚ ਦੋ ਫਸਲਾਂ ਬੀਜਣੀਆਂ। ਠੀਕ ਹੈ। ਐਂਡ ਇੰਟੀਗ੍ਰੇਟਿਡ ਫਾਰਮਿੰਗ ਪ੍ਰੈਕਟਿਸਿਸ। ਇੰਟੀਗ੍ਰੇਟਿਡ ਬੱਚਾ ਹੁੰਦਾ ਯੂਨੀਫਾਈਡ, ਏਕੀਕਰਨ ਕਰਨਾ, ਮਤਲਬ ਕਿ ਇਕੱਲਾ ਖੇਤੀ ਦੇ ਨਾਲ ਨਾ ਹੋਵੇ ਤੇ ਨਾਲ ਕੋਈ ਹੋਰ ਚੀਜ਼ਾਂ ਨੂੰ ਵੀ ਜੋੜਿਆ ਜਾਵੇ।
ਉਹ ਸਮਝਾਇਆ ਇਹਨਾਂ ਨੇ। ਫੋਰ ਐਗਜ਼ਾਮਪਲ ਜਿਵੇਂ ਕਿ ਵੀ ਕੈਨ ਕੰਬਾਈਨ ਐਗਰੀਕਲਚਰ ਵਿਦ ਲਾਈਵ ਸਟਾਕ, ਅਸੀਂ ਆਪਣੀ ਜੋ ਖੇਤੀਬਾੜੀ ਹੈ ਉਹਨੂੰ ਪਸ਼ੂ ਪਾਲਣ ਦੇ ਨਾਲ, ਪੋਲਟਰੀ ਹੁੰਦੀ ਜਿੱਦਾਂ ਕੁਕੜੀਆਂ ਪਾਲਣ ਦੇ ਨਾਲ, ਫਿਸ਼ਰੀਜ਼ ਮੈਨੇ ਮੱਛੀ ਪਾਲਣ ਦੇ ਨਾਲ, ਬੀ ਕੀਪਿੰਗ ਅਰਥਾਤ ਸ਼ਹਿਦ ਦੀਆਂ ਮੱਖੀਆਂ ਦਾ ਜੋ ਪਾਲਣ ਹੈਗਾ ਉਹਦੇ ਨਾਲ ਆਪਣੀ ਜਿਹੜੀ ਇਹ ਖੇਤੀਬਾੜੀ ਜੋੜ ਸਕਦੇ ਹਾਂ। ਇਹਦੇ ਨਾਲ ਉਹ ਖੇਤੀਬਾੜੀ ਨੂੰ ਵੀ ਸੌਖ ਹੋਏਗੀ, ਇੱਕ ਬੈਲੈਂਸ ਬਣਿਆ ਰਹੇਗਾ ਪਸ਼ੂਆਂ ਦਾ ਤੇ ਆਪਣਾ ਖੇਤੀ ਦਾ, ਤੇ ਕਮਾਈ ਵਿੱਚ ਵੀ ਵਾਧਾ ਹੋਏਗਾ। ਫਿਰ ਕਹਿੰਦੇ ਇੰਪਰੂਵਮੈਂਟ ਇਨ ਕ੍ਰੌਪ ਯੀਲਡ, ਯੀਲਡ ਹੁੰਦਾ ਮੈਂ ਦੱਸਿਆ ਪੈਦਾਵਾਰ ਅਰਥਾਤ ਉਹਦਾ ਝਾੜ, ਅਰਥਾਤ ਫਸਲਾਂ ਦੇ ਝਾੜ ਦੇ ਵਿੱਚ ਸੁਧਾਰ। ਕਹਿੰਦੇ ਸੀਰੀਅਲਸ, ਸੀਰੀਅਲ ਹੁੰਦੇ ਵਿੱਚੋਂ ਅਨਾਜ ਸੱਚ ਐਜ਼ ਵੀਟ, ਕਣਕ, ਰਾਈਸ, ਚੌਲ, ਮੇਜ਼, ਮੱਕੀ, ਮਿਲਟਸ, ਬਾਜਰੇ ਕਈ ਕਿਸਮ ਦੇ ਹੁੰਦੇ ਨੇ ਐਟਸੈਟਰਾ ਆਦਿ। ਪ੍ਰੋਵਾਈਡ ਅਸ ਕਾਰਬੋਹਾਈਡਰੇਟਸ ਟੂ ਮੀਟ ਅਵਰ એનર્ਜੀ ਨੀਡਸ, ਸਾਡੀ ਜਿਹੜੀ ਊਰਜਾ ਦੀ ਲੋੜਾਂ ਨੇ ਉਹਨੂੰ ਪੂਰਾ ਕਰਨ ਲਈ ਇਹ ਜਿਹੜੇ ਅਨਾਜ ਨੇ ਇਹ ਸਾਨੂੰ ਕਾਰਬੋਹਾਈਡਰੇਟ ਦਿੰਦੇ ਨੇ। ਸ਼ੁਰੂ 'ਚ ਅਸੀਂ ਕਿਹਾ ਬੱਚਿਓ ਖਾਣੇ ਤੋਂ ਸਾਨੂੰ ਕੀ ਮਿਲਦਾ, 5 ਚੀਜ਼ਾਂ ਮਿਲਦੀਆਂ, ਕਾਰਬੋਹਾਈਡਰੇਟ, ਪ੍ਰੋਟੀਨ, ਫੈਟਸ, ਵਿਟਾਮਿਨਸ ਐਂਡ ਮਿਨਰਲਸ। ਸੋ ਕਾਰਬੋਹਾਈਡਰੇਟ ਕਿੱਥੋਂ ਮਿਲਦੇ ਨੇ, ਸੀਰੀਅਲਸ ਚੋਂ, ਵੀਟ, ਰਾਈਸ, ਮੇਜ਼, ਮਿਲਟ ਚੋਂ, ਠੀਕ ਹੈ। ਫਿਰ ਪਲਸਿਸ, ਦਾਲਾਂ ਆ ਗਈਆਂ, ਲੈਗਿਊਮਸ ਆ ਗਏ, ਜਿਹ 'ਚ ਆਪਣੇ ਲੈਗਿਊਮਸ ਹੁੰਦੇ ਨੇ ਜਿੱਦਾਂ ਬੀਨਸ, ਛੋਲੇ, ਆਪਣਾ ਮਟਰ ਜਾਂ ਰਾਜਮਾ ਜਾਂ ਰੌਂਗੀ ਹੈ ਨਾ, ਤੇ ਪਲਸਿਸ ਹੋ ਗਈਆਂ ਦਾਲਾਂ, ਇਹ ਉਹ 'ਚ ਹੀ ਆ ਜਾਂਦਾ ਸਾਰਾ। ਸੋ ਪਲਸਿਸ ਲਾਈਕ ਗ੍ਰਾਮ ਮਤਲਬ ਛੋਲੇ, ਪੀ ਮਟਰ, ਬਲੈਕ ਗ੍ਰਾਮ ਜਿੱਦਾਂ ਮਾਂਹ ਦੀ ਦਾਲ, ਗ੍ਰੀਨ ਗ੍ਰਾਮ ਮੂੰਗੀ ਹੋ ਗਈ, ਪਿਜਨ ਪੀ ਜਿਹਨੂੰ ਹਰ ਦੀ ਦਾਲ ਕਹਿ ਦਿੰਦੇ ਆ, ਲੈਂਟਿਲ ਜਿਹਨੂੰ ਮਸਰ ਕਹਿ ਦਿੰਦੇ ਆ ਆਪਾਂ ਹੈ ਨਾ, ਸਾਬਤੇ ਮਸਰ, ਧੋਤੇ ਮਸਰ, ਜਿਹੜੇ ਮਸਰ ਹੁੰਦੇ ਨੇ ਅਸੀਂ ਖਾਂਦੇ ਹਾਂ ਆਪਣੇ ਸ਼ੌਕ ਦੇ ਨਾਲ, ਇਹਨੂੰ ਲੈਂਟਿਲ ਕਹਿੰਦੇ ਅੰਗਰੇਜ਼ੀ। ਦੇ ਪ੍ਰੋਵਾਈਡ ਅਸ ਵਿਦ ਪ੍ਰੋਟੀਨ, ਸੋ ਦਾਲਾਂ ਤੋਂ ਸਾਨੂੰ ਪ੍ਰੋਟੀਨ ਮਿਲਦੀ ਹੈ, ਅਨਾਜ ਤੋਂ ਸਾਨੂੰ ਕਾਰਬੋਹਾਈਡਰੇਟ ਮਿਲਦਾ ਹੈ। ਐਂਡ ਆਇਲ ਸੀਡਸ, ਤੇ ਜਿਹੜੇ ਤੇਲ ਦੇ ਬੀਜ ਹੁੰਦੇ ਨੇ ਜਿਵੇਂ ਸੋਇਆਬੀਨ ਦਾ ਬੀਜ, ਗਰਾਊਂਡਨਟ ਮੂੰਗਫਲੀ, ਸੈਸਮ ਤਿਲੀ, ਕੈਸਟਰ ਹੁੰਦਾ ਇੱਕ, ਮਸਟਰਡ ਸਰੋਂ, ਲਿਨਸੀਡ ਆਪਣਾ ਜਿਹੜਾ ਅਲਸੀ ਹੋ ਗਈ, ਐਂਡ ਸਨਫਲਾਵਰ ਜਿਹੜੇ ਸੂਰਜਮੁਖੀ। ਦੇ ਪ੍ਰੋਵਾਈਡ ਅਸ ਵਿਦ ਨੈਸੈਸਰੀ ਫੈਟਸ, ਇਹ ਸਾਰੇ ਬੀਜਾਂ ਚੋਂ ਵਿੱਚੋਂ ਤੇਲ ਨਿਕਲਦਾ, ਸਾਨੂੰ ਪਤਾ ਸਰੋਂ ਦਾ ਤੇਲ ਅਸੀਂ ਸਰੋਂ ਚੋਂ ਕੱਢਦੇ ਹਾਂ, ਮੂੰਗਫਲੀ ਦਾ ਤੇਲ, ਤਿਲੀ ਦਾ ਤੇਲ, ਫਿਰ ਆਪਣਾ ਸੂਰਜਮੁਖੀ ਦਾ ਤੇਲ, ਉਹ 'ਚੋਂ ਫੈਟ ਸਾਨੂੰ ਚਰਬੀ ਮਿਲਦੀ। ਸੋ ਫੈਟਸ ਇਹ 3 ਚੀਜ਼ਾਂ ਹੋਗੀਆਂ ਨੇ ਵਿੱਚੋਂ ਕਾਰਬੋਹਾਈਡਰੇਟ, ਪ੍ਰੋਟੀਨ ਤੇ ਫੈਟ, ਜਿਹੜੀ ਸ਼ੁਰੂ ਜਿਹੜੀ ਗੱਲ ਕੀਤੀ ਸੀ। ਫਿਰ ਹੁਣ ਰਹਿ ਗਏ ਮਿਨਰਲਸ ਤੇ ਵਿਟਾਮਿਨਸ। ਵੈਜੀਟੇਬਲਸ, ਸਪਾਈਸਿਸ ਐਂਡ ਫਰੂਟਸ, ਜਿਹੜੀਆਂ ਸਬਜ਼ੀਆਂ ਨੇ, ਮਸਾਲੇ ਨੇ ਤੇ ਫਲ ਨੇ, ਦੇ ਪ੍ਰੋਵਾਈਡ ਅ ਰੇਂਜ ਆਫ ਵਿਟਾਮਿਨਸ ਐਂਡ ਮਿਨਰਲਸ, ਇਹਨਾਂ 'ਚੋਂ ਸਾਨੂੰ ਵਿਟਾਮਿਨਸ ਤੇ ਮਿਨਰਲਸ ਖਣਿਜ ਮਿਲਦੇ ਨੇ। ਇਨ ਐਡੀਸ਼ਨ ਟੂ ਸਮਾਲ ਅਮਾਊਂਟਸ ਆਫ ਪ੍ਰੋਟੀਨਸ, ਕਾਰਬੋਹਾਈਡਰੇਟਸ ਐਂਡ ਫੈਟਸ, ਇਹਨਾਂ ਵਿੱਚ ਸਾਰਿਆਂ ਵਿੱਚ ਫੈਟ, ਕਾਰਬੋਹਾਈਡਰੇਟ ਤੇ ਪ੍ਰੋਟੀਨ ਵੀ ਹੁੰਦੀ ਹੈ, ਪਰ ਉਹ ਬੜੀ ਥੋੜੀ ਮਾਤਰਾ ਵਿੱਚ ਹੁੰਦੀ ਹੈ। ਜ਼ਿਆਦਾ ਮਾਤਰਾ ਵਿੱਚ ਸਾਡੇ ਕੋਲ ਕੀ ਹੁੰਦਾ, ਉਹ ਮਿਨਰਲਸ ਹੁੰਦੇ ਨੇ ਤੇ ਵਿਟਾਮਿਨਸ ਹੁੰਦੇ ਨੇ, ਠੀਕ ਹੈ। ਇਨ ਐਡੀਸ਼ਨ ਨਾਲ ਫੋਡਰ ਕ੍ਰੌਪਸ ਲਾਈਕ ਓਟਸ, ਜਵੀ ਜਿੱਦਾਂ ਹੁੰਦੀ ਹੈ, ਬਰਸੀਮ ਐਟਸੈਟਰਾ ਰੇਜ਼ਡ ਐਜ਼ ਫੂਡ ਫॉर ਦੀ ਲਾਈਵ ਸਟਾਕ, ਤੇ ਪਸ਼ੂਆਂ ਦੇ ਲਈ ਜਿਹੜਾ ਹੈ ਪੱਠਿਆਂ ਦੇ ਲਈ ਅਸੀਂ ਮਤਲਬ ਕਿ ਹੋਰ ਚੀਜ਼ਾਂ ਬੜੀਆਂ, ਬਾਜਰਾ, ਓਟਸ, ਬਰਸੀਮ, ਜਵੀ ਵਗੈਰਾ ਇਹ ਅਸੀਂ ਬੀਜਦੇ ਹਾਂ। ਫੋਡਰ ਹੁੰਦਾ ਵਿੱਚੋਂ ਪੱਠੇ, ਠੀਕ ਹੈ। ਫੋਡਰ ਕ੍ਰੌਪਸ ਹੁੰਦੀ ਪੱਠਿਆਂ ਵਾਲੀਆਂ ਜਿਹੜੀਆਂ ਇਹ ਫਸਲਾਂ ਹੁੰਦੀਆਂ ਨੇ। ਲਾਈਵ ਸਟਾਕ ਮੈਨੇ ਡੰਗਰਾਂ ਲਈ, ਪਸ਼ੂਆਂ ਲਈ, ਠੀਕ ਹੈ। ਅਗਲਾ ਆ ਗਿਆ, ਕਹਿੰਦੇ ਡਿਫਰੈਂਟ ਕ੍ਰੌਪਸ ਰਿਕੁਆਇਰ ਡਿਫਰੈਂਟ ਕਲਾਈਮੈਟਿਕ ਕੰਡੀਸ਼ਨਸ। ਇਹਦੇ ਵਿੱਚ ਬੜੀ ਕਾਮਨ ਸੈਂਸ ਵਾਲੀ ਗੱਲ ਹੈ, ਵੱਖ ਜਿਹੜੀਆਂ ਫਸਲਾਂ ਨੇ ਉਹਨਾਂ ਦੀਆਂ ਜਿਹੜੇ ਮੌਸਮੀ ਹਾਲਾਤ ਨੇ ਉਹ ਵੱਖਰੇ ਉਹਨਾਂ ਨੂੰ ਲੋੜ ਹੁੰਦੀ ਹੈ। ਕੋਈ ਸਰਦੀਆਂ ਦੀ ਹੁੰਦੀ ਹੈ, ਕੋਈ ਬਰਸਾਤਾਂ ਦੀ ਹੁੰਦੀ ਹੈ, ਕੋਈ ਗਰਮੀਆਂ ਦੀ ਹੁੰਦੀ ਹੈ, ਕਈ ਮੈਦਾਨੀ ਇਲਾਕੇ ਦੀ ਹੁੰਦੀਆਂ, ਕੋਈ ਪਹਾੜੀ ਇਲਾਕਿਆਂ ਦੀ ਹੁੰਦੀਆਂ। ਸੋ ਡਿਫਰੈਂਟ ਕਲਾਈਮੈਟਿਕ ਕੰਡੀਸ਼ਨਸ ਰਿਕੁਆਇਰ ਹੈ ਨਾ ਫॉर ਡਿਫਰੈਂਟ ਕ੍ਰੌਪਸ, ਤੇ ਟੈਂਪਰੇਚਰ ਵੀ ਵੱਖਰਾ ਐਂਡ ਫੋਟੋ ਪੀਰੀਅਡਸ। ਹੁਣ ਫੋਟੋ ਪੀਰੀਅਡ ਦੇਖੋ ਇੱਕ ਨਵਾਂ ਸ਼ਬਦ ਹੈਗਾ, ਇਹਦਾ ਕੀ ਮਤਲਬ ਹੁੰਦਾ ਹੈ, ਪੀਰੀਅਡਸ ਆਫ ਲਾਈਟ ਐਂਡ ਡਾਰਕਨੈਸ, ਅਰਥਾਤ ਉਸ ਇਲਾਕੇ ਵਿੱਚ ਕਿੰਨੇ ਸਮੇਂ ਲਈ ਧੁੱਪ ਰਹਿੰਦੀ ਹੈ, ਚਾਨਣਾ ਰਹਿੰਦਾ ਹੈ, ਤੇ ਕਿੰਨੇ ਸਮੇਂ ਲਈ ਹਨੇਰਾ ਰਹਿੰਦਾ ਹੈ। ਇਹ ਬੱਚਿਓ ਅਲੱਗ ਥਾਂ ਤੇ ਜੀਓਗ੍ਰਾਫੀ ਵਿੱਚ ਤੁਸੀਂ ਪੜ੍ਹਿਆ ਹੋਣਾ ਹੈ, ਅਲੱਗ ਥਾਵਾਂ ਤੇ ਇਹ ਅਲੱਗ ਚੀਜ਼ ਹੁੰਦੀ ਹੈ। ਸੋ ਕਹਿੰਦੇ ਉਸ ਇਲਾਕੇ ਵਿੱਚ ਫੋਟੋ ਪੀਰੀਅਡ ਕਿਹੋ ਜਿਹੇ ਹੈਗੇ ਨੇ, ਅਰਥਾਤ ਧੁੱਪ ਤੇ ਚਾਨਣਾ ਕਿੰਨੇ ਘੰਟੇ ਰਹਿੰਦਾ ਹੈ 24 ਘੰਟਿਆਂ ਵਿੱਚ, ਤੇ ਹਨੇਰਾ ਕਿੰਨੇ ਦੇਰ ਰਹਿੰਦਾ ਹੈ। ਉਹ ਜਿਹੜੇ ਨੇ ਉੱਤੇ ਵੀ ਡਿਪੈਂਡ ਕਰਦਾ ਹੈ ਵੀ ਕਿਹੜੀ ਫਸਲ ਇੱਥੇ ਚੱਲੇਗੀ, ਇੱਥੇ ਵੀ ਧੁੱਪ ਘੱਟ ਪੈਂਦੀ ਹੈ ਜਾਂ ਜ਼ਿਆਦਾ ਪੈਂਦੀ ਹੈ ਨਾ। ਫॉर देयर ग्रोथ ਐਂਡ ਕੰਪਲੀਸ਼ਨ ਆਫ देयर ਲਾਈਫ ਸਾਈਕਲ ਪੂਰਾ ਇੱਕ ਫਸਲ ਬੀਜਣ ਤੋਂ ਲੈ ਕੇ ਵੱਢਣ ਤੱਕ ਜਿਹੜਾ ਪੂਰਾ ਉਹਦਾ ਫਸਲ ਦਾ ਸਾਈਕਲ ਹੈਗਾ, ਉਹਦਾ ਪੂਰੇ ਹੋਣ ਲਈ ਤੇ ਉਹਦੇ ਵਾਧੇ ਲਈ ਇਹ ਸਾਰੀਆਂ ਗੱਲਾਂ ਜਿਹੜੀਆਂ ਡਿਫਰੈਂਟ ਕਲਾਈਮੈਟਿਕ ਕੰਡੀਸ਼ਨਸ, ਟੈਂਪਰੇਚਰ ਤੇ ਫੋਟੋ ਪੀਰੀਅਡਸ ਇਹਨਾਂ ਤੇ ਡਿਪੈਂਡ ਕਰਦਾ ਹੈ। ਕਹਿੰਦੇ ਗਰੋਥ ਆਫ ਪਲਾਂਟਸ ਐਂਡ ਫਲਾਵਰਿੰਗ, ਅਰਥਾਤ ਬੂਟਿਆਂ ਦਾ ਵਧਣਾ ਅਤੇ ਉਹਨਾਂ ਦਾ ਪੁੰਗਰਨਾ, ਮਤਲਬ ਕਿ ਉਹਨਾਂ ਦੇ ਡੋਡੀਆਂ ਨਿਕਲਣੀਆਂ, ਫੁੱਲਣਾ, ਤਾਂ ਕਿ ਉਹਨੂੰ ਫਲ ਫੁੱਲ ਜਿਹੜੇ ਲੱਗਦੇ ਨੇ, ਸਿੱਟੇ ਲੱਗਦੇ ਨੇ। ਫਲਾਵਰਿੰਗ ਆਰ ਡਿਪੈਂਡੈਂਟ ਔਨ ਸਨਲਾਈਟ, ਇਹ ਸਾਰੇ ਧੁੱਪ ਤੇ ਨਿਰਭਰ ਕਰਦੇ ਨੇ।
We know that ਅਸੀਂ ਜਾਣਦੇ ਹਾਂ plants manufacture their food in sunlight by the process of photosynthesis। ਬੱਚਿਓ ਅਸੀਂ 6ਵੀਂ ਕਲਾਸ ਤੋਂ ਪੜ੍ਹਦੇ ਆ ਰਹੇ ਹਾਂ, ਬਾਰ-ਬਾਰ ਇਹ ਦੁਹਰਾਇਆ ਜਾਂਦਾ ਹੈ, ਪਰ ਸਾਨੂੰ ਪਤਾ ਹੈ ਕਿ ਜਿੰਨੇ ਵੀ ਬੂਟੇ ਨੇ ਉਹ ਕਲੋਰੋਫਿਲ ਹੁੰਦੀ ਹੈ, ਇੱਕ ਹਰੇ ਰੰਗ ਦੀ ਪਿਗਮੈਂਟ ਹੁੰਦੀ ਹੈ ਪੱਤੀਆਂ ਦੇ ਵਿੱਚ, ਟਾਹਣੀਆਂ ਦੇ ਵਿੱਚ, ਤੇ ਉਹ ਹਰੇ ਰੰਗ ਦੀ ਕਲੋਰੋਫਿਲ ਦੇ ਨਾਲ ਰਲ ਕੇ ਤੇ ਸੂਰਜ ਤੋਂ ਰੋਸ਼ਨੀ ਲੈ ਕੇ ਜਿਹੜੇ ਬੂਟੇ ਨੇ ਗਲੂਕੋਜ਼ ਬਣਾਉਂਦੇ ਨੇ, ਆਪਣਾ ਖਾਣਾ ਬਣਾਉਂਦੇ ਨੇ। ਸੋ ਪਲਾਂਟਸ ਮੈਨੂਫੈਕਚਰ देयर ਫੂਡ, ਆਪਣਾ ਖਾਣਾ ਤਿਆਰ ਕਰਦੇ ਨੇ ਆਪ। ਉਹ ਜਿਹੜੀ ਵਿਧੀ ਹੈ, ਉਹ ਪ੍ਰੋਸੈਸ ਹੈ, ਉਹਨੂੰ ਕਿਹਾ ਜਾਂਦਾ ਫੋਟੋਸਿੰਥੇਸਿਸ। ਸਮ ਕ੍ਰੌਪਸ ਆਰ ਗਰੋਨ ਇਨ ਰੇਨੀ ਸੀਜ਼ਨ। ਕਹਿੰਦੇ ਕੁਝ ਫਸਲਾਂ ਐਸੀਆਂ ਨੇ ਜਿਹੜੀਆਂ ਬਰਸਾਤੀ ਮੌਸਮ 'ਚ ਉਗਾਈਆਂ ਜਾਂਦੀਆਂ ਨੇ, ਤੇ ਉਸ ਬਰਸਾਤੀ ਮੌਸਮ ਨੂੰ ਅਸੀਂ ਕਹਿੰਦੇ ਖਰੀਫ ਸੀਜ਼ਨ। ਇਹ ਯਾਦ ਰੱਖਣਾ ਤੁਸੀਂ, ਰੇਨੀ ਸੀਜ਼ਨ ਮੈਨੇ ਖਰੀਫ ਸੀਜ਼ਨ, ਠੀਕ ਹੈ। ਫਰੋਮ ਦੀ ਮੰਥ ਆਫ ਜੂਨ ਟੂ ਅਕਤੂਬਰ, ਜੂਨ ਤੋਂ ਅਕਤੂਬਰ ਦਾ ਮਹੀਨਾ ਜਿਹੜਾ ਹੈ ਉਹਨੂੰ ਖਰੀਫ ਸੀਜ਼ਨ ਕਿਹਾ ਜਾਂਦਾ ਹੈ, ਤੇ ਉਹ ਬਰਸਾਤੀ ਮੌਸਮ ਹੁੰਦਾ ਹੈ। ਐਂਡ ਸਮ ਆਰ ਗਰੋਨ ਇਨ ਦੀ ਵਿੰਟਰ ਸੀਜ਼ਨ, ਰੱਬੀ। ਹੁਣ ਬੱਚਿਓ ਇਹ ਯਾਦ ਰੱਖਣ ਦਾ ਮੈਂ ਪਤਾ ਕਿੱਦਾਂ ਯਾਦ ਰੱਖਿਆ, ਮਤਲਬ ਵਿੰਟਰ ਮੈਨੇ ਸਿਆਲ, ਤੇ ਸਿਆਲ 'ਚ ਅਸੀਂ ਰਜਾਈ ਵਰਤਦੇ ਹਾਂ। ਸੋ ਰਾਰੇ ਤੋਂ ਰਜਾਈ ਤੇ ਰਾਰੇ ਤੋਂ ਰੱਬੀ, ਇਹ ਯਾਦ ਰੱਖ ਲਓ। ਤੇ ਦੂਜਾ ਬਚ ਗਿਆ ਖਰੀਫ। ਸੋ ਰਾਰੇ ਤੋਂ ਰਜਾਈ ਵਿੰਟਰ ਸੀਜ਼ਨ ਵਿੱਚ, ਵਿੰਟਰ ਸੀਜ਼ਨ ਨੂੰ ਅਸੀਂ ਰੱਬੀ ਸੀਜ਼ਨ ਕਹਿ ਦਿੰਦੇ ਹਾਂ ਜਦੋਂ ਰਜਾਈ ਵਰਤੀ ਜਾਂਦੀ ਹੈ, ਰੱਬੀ। ਫਰੋਮ ਨਵੰਬਰ ਟੂ ਅਪ੍ਰੈਲ। ਸੋ ਨਵੰਬਰ ਤੋਂ ਅਪ੍ਰੈਲ ਦੀਆਂ ਕੁਝ ਫਸਲਾਂ ਨੇ, ਤੇ ਕੁਝ ਜੂਨ ਤੋਂ ਅਕਤੂਬਰ ਦੀਆਂ ਫਸਲਾਂ ਨੇ, ਠੀਕ ਹੈ। ਕਹਿੰਦੇ ਹੁਣ ਜਿੱਦਾਂ ਪੈਡੀ, ਆਪਣਾ ਝੋਨਾ ਹੋ ਗਿਆ, ਸੋਇਆਬੀਨ, ਪਿਜਨ ਪੀ, ਮੇਜ਼, ਮੱਕੀ, ਕਾਟਨ, ਕਪਾਹ, ਗ੍ਰੀਨ ਗ੍ਰਾਮ ਜਿਹੜੀ ਆਪਣੀ ਮੂੰਗੀ ਹੋ ਗਈ, ਐਂਡ ਬਲੈਕ ਗ੍ਰਾਮ ਜਿਹੜੇ ਛੋਲੇ ਹੋ ਗਏ ਕਾਲੇ, ਆਰ ਖਰੀਫ ਕ੍ਰੌਪਸ। ਇਹ ਗਰਮੀ 'ਚ ਮਤਲਬ ਬਰਸਾਤਾਂ ਵਿੱਚ ਉਗਾਈਆਂ ਜਾਣ ਵਾਲੀਆਂ ਫਸਲਾਂ ਨੇ। ਐਂਡ ਅਤੇ ਵੀਟ, ਕਣਕ, ਗ੍ਰਾਮ, ਇਹ ਵੀ ਬੱਚੇ ਛੋਲੇ ਹੋ ਗਏ, ਪੀਜ਼, ਮਟਰ, ਮਸਟਰਡ, ਸਰੋਂ, ਲਿੰਸੀਡ ਆਪਣੀ ਅਲਸੀ, ਆਰ ਰੱਬੀ ਕ੍ਰੌਪਸ। ਇਹ ਸਿਆਲਾਂ ਵਿੱਚ ਬੀਜੀਆਂ ਜਾਣ ਵਾਲੀਆਂ ਫਸਲਾਂ ਨੇ, ਠੀਕ ਹੈ। ਆਖਰੀ ਸਲਾਈਡ ਆ ਗਈ ਇਸ ਨੋਟਸ ਦੇ ਪਾਰਟ 1 ਦੀ। ਕਹਿੰਦੇ ਇਨ ਇੰਡੀਆ ਦੇਅਰ ਹੈਜ਼ ਬੀਨ ਅ 300% ਇਨਕਰੀਜ਼ in the production of food grains from 1952 to 2010 with only 25% increase in the cultivable माने वाही योग, cultivate कहता है वाही करनी, खेती करनी। cultivable लैंड होंगी बच्चों वो लैंड जिते वाही की जा सके, जिते कोई फसल बीजी जा सके एरिया। कहते हैं इंडिया ने बड़ी वड्डी प्राप्ति की है कि 1952 तो लैके 2010 तक सिर्फ सवाया मतलब सवा गुणा जमीन वधा के उन्हें 4 गुणा पैदावार की है, अर्थात 25% वधाई है कल्टीवेबल लैंड, मतलब जी वाही योग जमीन है वो 25% वधाई है 2052 तो लेकर 2010 तक, पर पैदावार कितनी ज़्यादा की है 300%, अर्थात थोड़ी जमीन चो बहुत ज़्यादा पैदावार की है। यह काम होया 1952 चो 2010 विच, पर ये असी अपना कुदरती जड़े सोमे सी उन्हों का नुकसान भी बहुत ज़्यादा कर बैठे हाँ। तो कहते वी हैव अचीव्ड दिस इन 3 वेज। असी यह जी प्राप्ति की है सिर्फ 25% कल्टीवेबल लैंड नूं वधा के 300% पैदावार प्राप्त करने की जी प्राप्ति है वो 3 तरीकों नाल की है। किहड़े हुण बच्चों याद कर लो, यह सब तुहानूं पता होना चाहिए, सवालों के क्वेश्चन आंसर तुहाडे जिहड़े पेपरां 'च आ सकते हैं। पहला तो है चूजिंग सीड्स फॉर प्लांटिंग, अर्थात बूटियां नूं बीजण लई सही जिहड़े बीज सी, बीज की खोज की गई, बीजों की क्वालिटी बढ़ाई गई, तो बीजों की चोण की गई बड़ी, चूजिंग सीड्स फॉर प्लांटिंग, ठीक है। फिर नर्चरिंग होंगे बच्चों पोषण करना, अर्थात ढेर देना, असी यूरिया वधाता, फॉस्फेट वधाता है ना, तो जड़ियाँ मतलब कैमिकल्स फर्टिलाइजर जो न्यूट्रीशन जोड़ा फॉर दी क्रॉप प्लांट्स, जोड़े मतलब फसल वाले जी फसली बूटे ने उन्होंने जोड़ा पोषण देने लई, खुराक देने लई जोड़ा काम होया उहदे राहीं कीता। प्रोटैक्शन ऑफ दी ग्रोइंग एंड हारवेस्टेड, ग्रोइंग मैंने वधदी हुई, हारवेस्टेड मैंने वड्डी हुई, जी वढ़ ली गई है, क्रॉप्स फ्रॉम लॉस, अर्थात फिर वधदी हुई फसल की राखी की गई, तो जी फिर फसल वढ़ के स्टोर कर ली गई, उन्होंने भी खराब होने तो लॉस तो बचाने लई उद्यम किए गए। सो 3 तरीकों के नाल बीजां की चोण, तो बूटियां लई ढेर, खाद का बंदोबस्त, तो फिर वधदे बूटियां का बचाव करना, तो जी वड्डी हुई फसल स्टोर की है उन्होंने स्टोर करना ताकि वह खराब ना हो। इन्होंने 3 तरीकों के नाल 300% जो वाधा असी किया, ठीक है। फिर कहते तो सिट्टा की निकलिया 10 जो हम अगे असी अगली स्लाइडों के करा, मतलब अगले नोट्स के पार्ट 2 करा। 10 दी क्रॉप यील्ड इंप्रूवमेंट एक्टिविटीज़ कैन बी क्लासीफाइड एज, अर्थात जी फसल का झाड़ है वो सुधार के नाल जुड़ियां जड़ियां गतिविधियां ने उन्होंने हेठ लिखे 3 हिस्सों में वंडिया जा सकता है। पहली हैगी क्रॉप वैरायटी इंप्रूवमेंट, अर्थात
ਫਸਲਾਂ ਦੀ ਵੰਨ-ਸੁਵੰਨਤਾ ਦੇ ਵਿੱਚ ਸੁਧਾਰ, ਫਸਲਾਂ ਦੀ ਵੰਨ-ਸੁਵੰਨਤਾ। ਦੂਜੀ ਕ੍ਰੌਪ ਪ੍ਰੋਡਕਸ਼ਨ ਇੰਪਰੂਵਮੈਂਟ, ਜਿਹੜੀ ਫਸਲ ਦੀ ਜੋ ਝਾੜ ਹੈ ਉਹਦੀ ਪੈਦਾਵਾਰ ਹੈ ਉਹਦੇ ਵਿੱਚ ਸੁਧਾਰ। ਤੇ ਤੀਜਾ ਹੈ ਕ੍ਰੌਪ ਪ੍ਰੋਟੈਕਸ਼ਨ ਮੈਨੇਜਮੈਂਟ, ਅਰਥਾਤ ਜਿਹੜੀ ਫਸਲ ਉਗਦੀ ਪਈ ਹੈ ਹਾਲੇ ਉਹਦੀ ਰਾਖੀ ਕਰਨੀ, ਉਹ 'ਚ ਸੁਧਾਰ। ਤੇ ਜਿਹੜੀ ਫਿਰ ਅਸੀਂ ਵੱਢ ਲਈਏ ਤੇ ਸਾਂਭ ਲਈਏ ਤੇ ਉਹਨੂੰ ਸਟੋਰ ਕਰ ਲਿਆ, ਉਹ ਸਟੋਰ ਹੋਈ ਖਰਾਬ ਨਾ ਹੋ ਜਾਏ, ਅਜਾਈ ਨਾ ਚਲੀ ਜਾਏ, ਤੇ ਉਹਦੀ ਰਾਖੀ ਕਰਨੀ। ਸੋ ਇਹ ਤਿੰਨ ਜਿਹੜੇ ਪੱਖ ਨੇ, ਤਿੰਨ ਪੱਖ ਵਿੱਚ ਜਿਹੜਾ ਸੁਧਾਰ ਹੈਗਾ ਉਹਦੀ ਗਤੀਵਿਧੀਆਂ ਦੇ ਨਾਲ ਜਿਹੜੀ ਹੈ ਕ੍ਰੌਪ ਯੀਲਡ ਇੰਪਰੂਵਮੈਂਟ ਐਕਟੀਵਿਟੀਆਂ ਜੁੜੀਆਂ ਹੋਈਆਂ, ਤੇ ਅਸੀਂ ਇੱਕ ਇੱਕ ਕਰਕੇ ਇਹਨਾਂ ਨੂੰ ਆਉਣ ਵਾਲੀ ਵੀਡੀਓਜ਼ ਵਿੱਚ ਕਰਾਂਗੇ। ਸੋ ਪਿਆਰੇ ਵਿਦਿਆਰਥੀਓ, ਤੁਸੀਂ ਇਸੇ ਤਰ੍ਹਾਂ ਨੇਮ ਦੇ ਨਾਲ, ਉਤਸ਼ਾਹ ਦੇ ਨਾਲ, ਅਨੁਸ਼ਾਸਨ ਦੇ ਨਾਲ ਆਪਣੀ ਪੜ੍ਹਾਈ ਕਰੀ ਚਲੋ, ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।